नाम सिमर चिंता सब जाए। नाम सिमर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਿਲਾ ਤੀਜਾ। ਸੁਣ ਸੁਣ ਕਾਮ ਗਹਿਲੀਏ, ਕਿਆ ਚੱਲੈ ਬਾਹ ਲੁਡਾਏ। ਆਪਣਾ ਪਿਰ ਨ ਪਛਾਣਈ, ਕਿਆ ਮੂੰਹ ਦੇਸੈ ਜਾਏ। ਜਿਨੀ ਸਖੀ ਕੰਤ ਪਛਾਣਿਆ, ਹਉ ਤਿਨ ਕੈ ਲਾਗੋਂ ਪਾਏ। ਤਿਨਹੀ ਜੈਸੀ ਥੀ ਰਹਾ, ਸਤ ਸੰਗਤ ਮੇਲ ਮਿਲਾਏ। ਮੁੰਦੇ ਕੂੜ ਮੁੱਠੀ ਕੁੜਿਆਰ, ਪਿਰ ਪ੍ਰਭ ਸਾਚਾ ਸੋਹਣਾ। ਪਾਈਐ ਗੁਰ ਵਿਚਾਰ ਰਹਾਉ। ਮੁੰਦੇ ਕੂੜ ਮੁੱਠੀ ਕੁੜਿਆਰ, ਪਿਰ ਪ੍ਰਭ ਸਾਚਾ ਸੋਹਣਾ। ਪਾਈਐ ਗੁਰ ਵਿਚਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਅਪਾਰ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਮਹਿਰਮਤ ਕਰਕੇ, ਤਰਸ ਕਰਕੇ ਆਪਣੀ ਸ਼ਬਦ ਦੀ ਵਿਚਾਰ ਨਾਲ ਜੋੜਿਆ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਰੋਜ਼ਾਨਾ ਆਪ ਜੀ ਨੂੰ ਆਪਾਂ ਨੂੰ ਇੱਕ ਸ਼ਬਦ ਦੀ ਵਿਚਾਰ ਸਤਿਗੁਰੂ ਬਖਸ਼ਦੇ ਨੇ, ਤਰਸ ਕਰਕੇ ਬਖਸ਼ਦੇ ਨੇ ਉਹਦੀ ਕਿਰਪਾ ਦੇ ਦੁਆਰਾ। ਸੋ ਵਾਹਿਗੁਰੂ ਜੀ ਲੜੀਵਾਰ ਸ਼ਬਦ ਦੀ ਵਿਚਾਰ ਜਿਹੜੀ ਸ਼ੁਰੂ ਕਰਾਈ ਹੋਈ ਹੈ ਮੇਰੇ ਪਿਤਾ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਅੱਜ ਜਿਹੜਾ ਸ਼ਬਦ ਵਾਹਿਗੁਰੂ ਨੇ ਬਖਸ਼ਿਸ਼ ਕੀਤਾ 37 ਅੰਕ 'ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 37 ਅੰਕ 'ਤੇ ਸੁਭਾਇਮਾਨ ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਵਾਹਿਗੁਰੂ ਜੋ ਰਹਾਉ ਦਾ ਬੰਦ ਹੈ, ਸਾਹਿਬ ਜੀ ਫਰਮਾਉਂਦੇ ਹਨ, ਮੁੰਦੇ ਕੂੜ ਮੁੱਠੀ ਕੁੜਿਆਰ। ਮੁੰਦੇ ਮੁਗਧ, ਮੁੰਦੇ ਤੋਂ ਭਾਵ ਹੁੰਦਾ ਮੁਗਧ, ਆਪਣੇ ਆਪ ਦੇ ਵਿੱਚ ਹੀ ਮਸਤ। ਮੂਰਖ ਮੁਗਧ, ਆਪਣੇ ਆਪ ਦੇ ਵਿੱਚ ਹੀ ਮਸਤ। ਹਉਮੈ 'ਚ ਕਹਿ ਲਓ, ਹੰਕਾਰ 'ਚ ਕਹਿ ਲਓ, ਮਸਤ ਹੋਈ ਹੋਈ। ਕੂੜ ਮੁੱਠੀ, ਕੂੜ ਵਿੱਚ ਠੱਗੀ ਗਈ, ਮੁੱਠੀ ਝੂਠੀ। ਠੱਗੀ ਗਈ, ਠੱਗ ਲਿਆ। ਕੁੜਿਆਰ, ਕੂੜ ਦੀ ਵਣਜਾਰਨ। ਜੀਵ ਇਸਤਰੀ ਦੀ ਗੱਲ ਹੋ ਰਹੀ ਹੈ। ਜੀਵ ਇਸਤਰੀ ਦੀ ਅੰਦਰ ਜੋ ਆਪਣੇ ਜੀਵ ਹੈ ਉਹ ਇਸਤਰੀ ਹੈ। ਜੀਵ ਇਸਤਰੀ ਦੀ ਗੱਲ ਹੋ ਰਹੀ ਹੈ। ਸਾਹਿਬ ਫਰਮਾਉਂਦੇ ਨੇ, ਹੇ ਜੀਵ ਇਸਤਰੀਏ, ਮਸਤ ਹੋਈਏ ਕੂੜ ਦੇ ਵਿੱਚ, ਮਾਇਆ ਦੇ ਪਸਾਰੇ ਦੇ ਵਿੱਚ ਫਸੀ ਹੋਈਏ। ਤੈਨੂੰ ਮਾਇਆ ਨੇ ਠੱਗਿਆ ਹੋਇਆ, ਤੂੰ ਕੂੜ ਦੀ ਵਣਜਾਰਨ ਬਣੀ ਬੈਠੀ ਹੈ। ਕੂੜ ਹੀ ਇਕੱਠਾ ਕਰ ਰਹੀ ਹੈ। ਝੂਠ, ਫਰੇਬ, ਨਿੰਦਿਆ, ਚੁਗਲੀ, ਇਹਨਾਂ ਦੇ ਵਿੱਚ ਹੀ ਤੂੰ ਮਸਤ ਹੋ ਰਹੀ ਹੈ। ਪਿਰ ਪ੍ਰਭ ਸਾਚਾ ਸੋਹਣਾ, ਪਾਈਐ ਗੁਰ ਵਿਚਾਰ। ਜੇ ਤੂੰ ਕੂੜ ਦੇ ਵਿੱਚ ਫਸੀ ਰਹੀ, ਮਾਇਆ ਦੇ ਵਿੱਚ ਫਸੀ ਰਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਹੀ ਫਸੀ ਰਹੀ, ਨਿੰਦਿਆ ਚੁਗਲੀ ਈਰਖਾ ਦਵੈਕ ਸਾੜੇ ਨੇ ਤੈਨੂੰ ਠੱਗ ਲਿਆ, ਮਾਇਆ ਨੇ ਠੱਗ ਲਿਆ, ਤੇ ਵਾਹਿਗੁਰੂ ਨੂੰ ਤੂੰ ਮਿਲ ਨਹੀਂ ਸਕੇਂਗੀ। ਪਿਰ ਪ੍ਰਭ ਸਾਚਾ ਸੋਹਣਾ, ਜਿਹੜਾ ਵਾਹਿਗੁਰੂ ਹੈ ਨਾ, ਬਹੁਤ ਸੋਹਣਾ, ਅਤ ਸੋਹਣਾ, ਸਾਚਾ, ਸਦਾ ਕਾਇਮ ਰਹਿਣ ਵਾਲਾ ਜਿਹੜਾ ਵਾਹਿਗੁਰੂ ਹੈ, ਸੋਹਣਾ ਪਤੀ, ਪ੍ਰਭੂ ਪਤੀ ਪਰਮੇਸ਼ਰ। ਪਾਈਏ ਗੁਰ ਵਿਚਾਰ, ਗੁਰੂ ਦੀ ਦੱਸੀ ਹੋਈ ਵਿਚਾਰ 'ਤੇ ਤੁਰਿਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰਿਆਂ, ਸਿਮਰਨ ਕੀਤਿਆਂ, ਦੈਵੀ ਗੁਣ ਧਾਰਨ ਕੀਤਿਆਂ ਮਿਲਦਾ। ਝੂਠ ਨਾਲ, ਫਰੇਬ ਨਾਲ, ਠੱਗ ਨਾਲ ਨਹੀਂ ਮਿਲਦਾ, ਠੱਗੀ ਨਾਲ ਨਹੀਂ ਮਿਲਦਾ। ਮਾਇਆ ਦੇ ਝਮੇਲਿਆਂ 'ਚ ਫਸਿਆਂ ਰੱਬ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਨਹੀਂ ਮਿਲਦੇ, ਵਾਹਿਗੁਰੂ ਨਹੀਂ ਮਿਲਦੇ, ਦਸੇ ਪਾਤਸ਼ਾਹੀਆਂ ਨਹੀਂ ਮਿਲਦੀਆਂ, ਅਕਾਲ ਪੁਰਖ ਵਾਹਿਗੁਰੂ ਪ੍ਰਕਾਸ਼ਮਾਨ ਨਹੀਂ ਮਿਲਦਾ। ਰਹਾਉ
ਇਹ ਰਹਾਉ ਦਾ ਬੰਦ ਹੈ। ਸਾਰਾ ਸ਼ਬਦ ਇਸ ਦੁਆਲੇ ਘੁੰਮੇਗਾ। ਸਾਹਿਬ ਜੀ ਫਰਮਾਉਂਦੇ ਨੇ, ਸੁਣ ਸੁਣ ਕਾਮ ਗਹੇਲੀਏ। ਸੁਣ, ਕਾਮ ਸਵਾਰਥ, ਸਵਾਰਥ ਦੇ ਵਿੱਚ ਫਸੀ ਹੋਈ, ਕਾਮ ਦੇ ਵਿੱਚ ਫਸੀ ਹੋਈ, ਸਵਾਰਥ ਦੇ ਵਿੱਚ ਫਸੀ ਹੋਈ ਜੀਵ ਇਸਤਰੀਏ, ਕਾਮ ਗਹੇਲੀਏ। ਜੀਵ ਇਸਤਰੀਏ ਕਿਆ ਚੱਲੈ ਬਾਹਾਂ ਲੁਡਾਏ। ਮੇਰੀ ਗੱਲ ਸੁਣ, ਧਿਆਨ ਨਾਲ ਕੰਨ ਲਾ ਕੇ ਸੁਣ। ਤੂੰ ਕੀ ਕੰਮ ਕਰ ਰਹੀ ਹੈ? ਸਵਾਰਥ ਦੇ ਵਿੱਚ ਫਸ ਕੇ ਤੂੰ ਇੰਨੀ ਲਾਪਰਵਾਹ ਹੋ ਕੇ ਕਿਵੇਂ ਜ਼ਿੰਦਗੀ ਬਤੀਤ ਕਰ ਸਕਦੀ ਹੈ? ਲਾਪਰਵਾਹ ਹੋ ਕੇ, ਬਾਹਾਂ ਲੁਡਾਏ, ਬੇਫਿਕਰੀ ਹੋ ਕੇ, ਐਵੇਂ ਗੁਰੂ ਤੋਂ ਬਗੈਰ, ਵਾਹਿਗੁਰੂ ਤੋਂ ਬਗੈਰ, ਅੰਮ੍ਰਿਤ ਛਕਣ ਤੋਂ ਬਗੈਰ ਬੇਫਿਕਰ ਹੋ ਕੇ, ਐਵੇਂ ਕਾਮ ਕ੍ਰੋਧ ਦੇ ਵਿੱਚ ਫਸ ਕੇ, ਮਾਇਆ ਦੇ ਪਦਾਰਥਾਂ ਦੇ ਵਿੱਚ, ਚਸਕਿਆਂ ਵਿੱਚ ਫਸ ਕੇ ਤੂੰ ਕਿਉਂ ਤੁਰੀ ਫਿਰਦੀ ਹੈ ਅਤੇ ਬਾਹਾਂ ਉਲਾਰ ਕੇ ਤੁਰਦੀ ਹੈ? ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਬੜੇ ਲੋਕ ਨੇ, ਬੜੀ ਆਕੜ, ਬੜਾ ਤੁਰਨ ਦਾ ਉਹਨਾਂ ਦਾ ਸਟਾਈਲ, ਬਿਲਕੁਲ ਮਨਮੁਖ ਟੁੱਟੇ ਹੋਏ, ਮਾਇਆ ਦੇ ਵਿੱਚ ਫਸੇ ਹੋਏ ਜੀਵ। ਅਸਲ ਵਿੱਚ ਅੰਦਰ ਦੀ ਖੇਡ ਹੈ, ਬਾਹਰ ਦੀ ਖੇਡ ਨਹੀਂ ਹੈ। ਕਿਉਂਕਿ ਜੇ ਅੰਦਰੋਂ ਵਿੱਚੋਂ ਨਿਕਲ ਜੇ ਫਿਰ ਉਹੀ ਬੰਦਾ ਤੁਰ ਕੇ ਦਿਖਾਵੇ। ਇਸ ਕਰਕੇ ਗੱਲ ਫਿਰ ਅੰਦਰ ਦੀ ਹੋ ਰਹੀ ਹੈ। ਜੇ ਜੀਵ ਅੰਦਰ ਹੈ ਅਤੇ ਉਹੀ ਜੀਵ ਜਿਹੜੀ ਇਸਤਰੀ ਅੰਦਰ ਦੀ ਆਤਮਾ ਕੰਮ ਕਰ ਰਹੀ ਹੈ, ਉਹੀ ਸਾਰਾ ਸਿਸਟਮ ਉਹੀ ਤੁਰ ਰਹੀ ਹੈ। ਆਪਣਾ ਪਿਰ ਨਾ ਪਛਾਣਈ। ਆਪਣਾ ਪਿਰ ਵਾਹਿਗੁਰੂ ਪਤੀ ਪਰਮੇਸ਼ਰ ਪਛਾਣਿਆ ਹੀ ਨਹੀਂ। ਜਿਹਨੇ ਤੈਨੂੰ ਧਰਤੀ 'ਤੇ ਭੇਜਿਆ ਉਹਨੂੰ ਪਛਾਣਿਆ ਹੀ ਨਹੀਂ। ਜਿਹਨੇ ਇਸ ਸਰੀਰ ਦੇ ਵਿੱਚ ਤੈਨੂੰ ਪਾਇਆ ਉਹਨੂੰ ਪਛਾਣਿਆ ਹੀ ਨਹੀਂ। ਕਿਆ ਮੂੰਹ ਦੇ ਸਹਿ ਜਾਏ। ਅਤੇ ਜਦੋਂ ਵਾਪਸ ਜਾਏਂਗੀ, ਕਿਉਂਕਿ ਇਹ ਤਾਂ ਪੇਕਾ ਘਰ ਹੈ, ਧਰਤੀ ਇੱਕ ਐਗਜ਼ਾਮਨ ਹਾਲ ਹੈ, ਇਹ ਪੇਕਾ ਘਰ ਹੈ। ਪੇਵਕੜੇ ਦਿਨ 4 ਹੈ, ਸਹੁਰੜੇ ਜਾਣਾ। ਅਤੇ ਜਦੋਂ ਸਹੁਰੇ ਜਾਏਂਗੀ, ਜਦੋਂ ਪਤੀ ਪਰਮੇਸ਼ਰ ਦੇ ਦਰਬਾਰ 'ਤੇ ਜਾਏਂਗੀ, ਉਹਦੇ ਘਰ ਵਾਪਸ ਜਾਏਂਗੀ, ਕਿਆ ਮੂੰਹ ਦੇ ਸਹਿ ਜਾਏ। ਅਤੇ ਕੀ ਮੂੰਹ ਲੈ ਕੇ ਜਾਏਂਗੀ? ਮੈਨੂੰ ਵੀ ਦੱਸ ਦੇ। ਸਾਹਿਬ ਕਹਿੰਦੇ ਮੈਨੂੰ ਦੱਸ ਦੇ, ਕੀ ਮੂੰਹ ਲੈ ਕੇ ਜਾਏਂਗੀ? ਕਾਮ ਦੇ ਵਿੱਚ ਫਸੀ ਹੋਈਏ, ਸਵਾਰਥ ਵਿੱਚ ਫਸੀ ਹੋਈਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸੀ ਹੋਈ ਹੈ ਜੀਵ ਇਸਤਰੀਏ। ਕੀ ਮੂੰਹ ਲੈ ਕੇ ਜਾਏਂਗੀ ਦਰਬਾਰ ਦੇ, ਵਾਹਿਗੁਰੂ ਦੇ ਦਰ 'ਤੇ, ਪਰਲੋਕ ਵਿੱਚ? ਜਿੰਨੀ ਸਖੀ ਕੰਤ ਪਛਾਣਿਆ। ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਪਤੀ ਵਾਹਿਗੁਰੂ ਨੂੰ, ਗੁਰੂ ਨਾਨਕ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ, ਜਿਹਨੇ ਉਹਨਾਂ ਨਾਲ ਸਾਂਝ ਪਾ ਲਈ, ਸੁਹਾਗਣੀਆਂ ਬਣ ਗਈਆਂ, ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣੀਆਂ। ਹਉ ਤਿੰਨ ਕਹਿ ਲਾਗੋਂ ਪਾਏ। ਜਿਹੜੀਆਂ ਸੰਗਤ ਕਰਦੀਆਂ ਨੇ, ਸਤ ਸੰਗਤ ਵਿੱਚ ਰਹਿੰਦੀਆਂ ਨੇ, ਮੈਂ ਸਾਹਿਬ ਕਹਿੰਦੇ ਉਹਨਾਂ ਦੇ ਪਾਉਣ ਲੱਗਾ। ਹਉ ਤਿੰਨ ਕਹਿ ਲਾਗੋਂ ਪਾਏ। ਜਿਹੜੀਆਂ ਖਸਮ ਵਾਲੀਆਂ ਹੋ ਗਈਆਂ, ਵਾਹਿਗੁਰੂ ਨਾਲ ਜਾਣ ਪਛਾਣ ਪਾ ਲਈ, ਆਪਣੇ ਖਸਮ ਪ੍ਰਭੂ ਨਾਲ, ਪਤੀ ਨਾਲ, ਉਹ ਭਾਗਾਂ ਵਾਲੀਆਂ। ਅਤੇ ਮੈਂ ਸਾਹਿਬ ਕਹਿੰਦੇ ਉਹਨਾਂ ਦੇ ਚਰਨੀ ਲੱਗਦਾ। ਦੇਖੋ, ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿ ਰਹੇ ਨੇ ਮੈਂ ਉਹਨਾਂ ਦੇ ਚਰਨੀ ਲੱਗਦਾ। ਭਾਵ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਉਹਨਾਂ ਦੇ ਚਰਨੀ ਲੱਗਦਾ। ਦੇਖੋ, ਤਿੰਨ ਹੀ ਜੈਸੀ ਥੀ ਰਹਾ। ਮੈਂ ਵੀ ਉਹਨਾਂ ਵਰਗੀ ਬਣ ਜਾਵਾਂ ਬਈ। ਕਿਉਂ? ਨਾਮ ਜਪਦੀਆਂ ਨੇ, ਗੁਰੂ ਗੁਰੂ ਕਰਦੀਆਂ। ਤਿੰਨ ਹੀ ਜੈਸੀ ਥੀ ਰਹਾ, ਸਤ ਸੰਗਤ ਮੇਲ ਮਿਲਾਏ। ਅਤੇ ਸੰਗਤ ਦੇ ਵਿੱਚ ਰਹਿ ਕੇ ਉਹਨਾਂ ਨਾਲ, ਉਹਨਾਂ ਜਿਹੀ ਬਣ ਜਾਵਾਂ, ਸੰਗਤ ਵਿੱਚ ਹੋ ਜਾਵਾਂ, ਸੰਗਤ ਵਿੱਚ ਰਵਾਂ ਹਰ ਵੇਲੇ, ਅਤੇ ਉਹਨਾਂ ਵਰਗੀ ਬਣ ਜਾਵਾਂ। ਤਾਂ ਕਰਕੇ ਸਾਹਿਬ ਫਰਮਾਉਂਦੇ ਨੇ, ਭਾਈ ਮੁੰਦੇ ਕੂੜ ਮੁੱਠੀ ਕੁੜਿਆਰ, ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਮਾਇਆ ਦੇ ਮੋਹ ਦੇ ਵਿੱਚ ਠੱਗੀਏ, ਜੀਵ ਇਸਤਰੀਏ, ਕੂੜ ਦੀਏ ਵਣਜਾਰਣੇ, ਕੂੜ ਦਿਆ ਵਪਾਰੀਆ, ਕਿਹੜੇ ਚੱਕਰਾਂ 'ਚ ਪੈ ਗਿਆ ਯਾਰ। ਇਸ ਤਰ੍ਹਾਂ ਵਾਹਿਗੁਰੂ ਨਹੀਂ ਜੇ ਮਿਲਦਾ। ਵਾਹਿਗੁਰੂ ਲੰਗਰ ਲਾਇਆ, ਵਿਆਹ ਕੀਤਿਆਂ, ਦੀਵਾਨ ਲਾਇਆ, ਰੱਬ ਨਹੀਂ ਮਿਲਦਾ। ਕਮਾਈ ਕਰਨੀ ਪੈਂਦੀ ਆਪ, ਗੁਰੂ ਗੁਰੂ ਜਪਣਾ ਪੈਂਦਾ ਆਪ, ਗੁਰੂ ਵਾਲੇ ਬਣ ਕੇ। ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਗੁਰ ਵਿਚਾਰ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਸਾਂਝ, ਬਾਣੀ ਦੀ ਵਿਚਾਰ, ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ
ਤੁਰ ਕੇ ਫਿਰ ਵਾਹਿਗੁਰੂ ਮਿਲਦਾ। ਰਹਾਓ। ਮਨ ਮੁਖ ਕੰਤ ਨ ਪਛਾਣਈ, ਕੰਤ ਪਤੀ ਪਰਮੇਸ਼ਰ ਵਾਹਿਗੁਰੂ ਖਸਮ ਮਨਮੁਖ ਨੇ ਆਪਣੇ ਪਤੀ ਵਾਹਿਗੁਰੂ ਨੂੰ ਪਛਾਣਿਆ ਹੀ ਨਹੀਂ। ਪਛਾਣਈ ਤਿੰਨ ਕਿਉਂ ਰਹਿਣ ਵਿਹਾਏ, ਉਹਨਾਂ ਦੀ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਕਿਵੇਂ ਲੰਘਦੀ ਹੈ, ਕਿਵੇਂ ਬਤੀਤ ਹੋਵੇਗੀ ਭਾਈ ਉਹਨਾਂ ਦੀ, ਦੱਸੋ ਨਾ। ਰਾਤ ਕਿਵੇਂ ਲੰਘਦੀ ਹੈ, ਗੱਲ ਤਾਂ ਇੱਥੇ ਆ ਕੇ ਮੁੱਕਦੀ। ਉਹਦਾ ਵੀ TV ਵੇਖ ਕੇ, ਸ਼ਰਾਬਾਂ ਪੀ ਕੇ, ਫਿਲਮਾਂ ਦੇਖ ਕੇ, ਤਾਸ਼ਾਂ ਖੇਡ ਕੇ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਿਹਾ। ਇਹ ਕੋਈ ਜ਼ਿੰਦਗੀ ਨਹੀਂ। ਕਿਉਂ ਰਹਿਣ ਵਿਹਾਏ ਭਾਵ ਸਾਰੀ ਉਮਰ ਦੁਖੀ ਹੋ ਰਹਿੰਦੇ ਨੇ ਵਾਹਿਗੁਰੂ, ਅੰਦਰੋਂ ਰੋਂਦੇ ਹੀ ਰਹਿੰਦੇ ਨੇ, ਗੁਰੂ ਨਾਲ ਤੇ ਜੁੜੇ ਨਹੀਂ ਨਾ, ਅੰਦਰੋਂ ਤਾਂ ਦੁਖੀ ਹੋ ਰਹਿੰਦੇ। ਗਰਭ ਅਟੀਆਂ ਤ੍ਰਿਸ਼ਨਾ ਜਲੈ, ਜਿਹੜੀਆਂ ਜੀਵ ਇਸਤਰੀਆਂ ਆਪਣੇ ਮਨ ਦੇ ਪਿੱਛੇ ਤੁਰਦੀਆਂ ਨੇ ਬਈ, ਉਹਨਾਂ ਨੂੰ ਮਨਮੁਖ ਕਹਿੰਦੇ ਨੇ। ਤੇ ਸਾਹਿਬ ਕਹਿੰਦੇ ਆ ਖਸਮ ਵਾਹਿਗੁਰੂ ਨੂੰ ਪਛਾਣਦਾ ਵੀ ਨਹੀਂ, ਪਛਾਣਦੀਆਂ ਨਹੀਂ ਵਾਹਿਗੁਰੂ ਨੂੰ। ਹੁਣ ਕਿਹੜਾ ਵਾਹਿਗੁਰੂ ਯਾਰ, ਲੈ ਹੱਦ ਹੋ ਗਈ, ਅਜੇ ਉਮਰ ਪਈ ਹੈ ਬੜੀ, ਕਹਿਣਾ ਬਾਬਾ ਬਣਨਾ ਮੈਂ ਕੋਈ, ਉਹ ਨਹੀਂ ਪਛਾਣਦੀਆਂ। ਤੇ ਵਾਹਿਗੁਰੂ ਉਹਨਾਂ ਦੀ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ ਨਾ, ਜ਼ਿੰਦਗੀ ਬਤੀਤ ਹੋ ਜਾਣੀ ਵਾਹਿਗੁਰੂ ਜੀ ਹੱਸਦਿਆਂ ਵੀ ਤੇ ਰੋਂਦਿਆਂ ਵੀ। ਮਨਮੁਖ ਦੀ ਵੀ ਬਤੀਤ ਹੋ ਜਾਣੀ ਹੈ ਤੇ ਗੁਰਮੁਖ ਦੀ ਵੀ ਬਤੀਤ ਹੋ ਜਾਣੀ ਹੈ। ਪਤਾ ਅੱਗੇ ਜਾ ਕੇ ਲੱਗਣਾ, ਕਿਉਂਕਿ ਮਰਨ ਤੋਂ ਬਾਅਦ ਜੀਵਨ ਸ਼ੁਰੂ ਹੋਣਾ, ਮਰਨ ਤੋਂ ਬਾਅਦ ਜੀਵਨ ਸ਼ੁਰੂ ਹੋਣਾ। ਜਿਹਨੂੰ ਕਹਿੰਦੇ ਲਾਈਫ ਆਫਟਰ ਡੈਥ ਹੈ, ਮਰਨ ਤੋਂ ਬਾਅਦ ਜ਼ਿੰਦਗੀ ਸ਼ੁਰੂ ਹੁੰਦੀ ਹੈ, ਅਸਲ ਜ਼ਿੰਦਗੀ। ਇਹ ਤਾਂ ਇੱਕ ਟ੍ਰੇਲਰ ਹੈ, ਇਹਦਾ ਇੱਕ ਐਗਜ਼ਾਮ ਹੈ, ਅਸਲ ਜ਼ਿੰਦਗੀ ਅਜੇ ਬਾਕੀ ਹੈ, ਸਾਰੀ ਫਿਲਮ ਅਜੇ ਬਾਕੀ ਹੈ। ਗਰਭ ਅਟੀਆਂ, ਹੰਕਾਰ ਦੇ ਵਿੱਚ ਅਟੀਆਂ, ਨਕਾ ਨਕ ਭਰੀਆਂ ਹੋਈਆਂ, ਤ੍ਰਿਸ਼ਨਾ ਜਲੈ, ਤ੍ਰਿਸ਼ਨਾ ਦੇ ਵਿੱਚ ਸੜਦੀਆਂ, ਦੁੱਖ ਪਾਵੈ ਦੂਜੇ ਭਾਏ, ਭਾਵ ਮਾਇਆ ਦੇ ਮੋਹ ਦੇ ਵਿੱਚ, ਸਰੀਰਾਂ ਦੇ ਮੋਹ ਦੇ ਵਿੱਚ, ਪਦਾਰਥਾਂ ਦੇ ਭੋਗਾਂ ਦੇ ਵਿੱਚ ਫਸੀਆਂ ਹੋਈਆਂ ਦੁੱਖ ਪਾਉਂਦੀਆਂ ਨੇ। ਦੁੱਖ ਇੱਥੇ ਕਿੱਥੇ ਦੁੱਖ, ਇੱਥੇ ਤੇ ਕਹਿੰਦਾ ਉਹਦਾ ਨਜ਼ਾਰੇ ਲੈਣ ਦੇ ਨਜ਼ਾਰੇ, ਇੱਥੇ ਤੇ ਅੱਤ ਕਰਾਉਣ ਦੇ ਅੱਤ। ਅੱਗੇ ਜਾ ਕੇ ਫਿਰ ਧਰਮਰਾਜ ਦੇ ਜਮਦੂਤ ਅੱਤ ਕਰਾ ਦਿੰਦੇ, ਪਤਾ ਉੱਥੇ ਲੱਗਣਾ ਵੀ ਦੁੱਖ ਹੁੰਦਾ ਕੀ, ਦੁੱਖ ਦੀ ਵੀ ਅੱਤ ਹੈ, ਉਹ ਵੀ ਅੱਤ ਕਰਾਉਂਦੇ ਆ ਬੜੀ। ਦੁੱਖ ਪਾਵੈ ਦੂਜੇ ਭਾਏ, ਦੁੱਖ ਸਹਾਰਦੀਆਂ ਹਨ ਵਾਹਿਗੁਰੂ ਉਹ ਜੀਵ ਇਸਤਰੀਆਂ। ਸ਼ਬਦ ਰਤੀਆਂ ਸੁਹਾਗਣੀ, ਦੂਜੇ ਬੰਨੇ ਦੇਖ ਲਓ, ਇੱਕ ਬੰਨੇ ਮਨਮੁਖ ਦੀ ਗੱਲ ਕੀਤੀ ਹੈ, ਦੂਜੇ ਬੰਨੇ ਗੁਰੂ ਸਾਹਿਬ ਨੇ ਗੁਰਮੁਖਾਂ ਦੀ ਗੱਲ ਕੀਤੀ, ਜਿਹੜੇ ਸ਼ਬਦ ਵਿੱਚ ਰੰਗੀਆਂ ਗਈਆਂ, ਜਿਨ੍ਹਾਂ ਨੂੰ ਸ਼ਬਦ ਮਿਲਿਆ ਗੁਰੂ ਕੋਲੋਂ। ਸ਼ਬਦ ਰਤੀਆਂ ਸੁਹਾਗਣੀ, ਉਹ ਸਦਾ ਸੁਹਾਗ ਵਾਲੀਆਂ, ਸੁਹਾਗ ਭਰੀਆਂ। ਤਿੰਨ ਵਿੱਚੋਂ ਹਉਮੈ ਜਾਏ, ਉਹਨਾਂ ਦੇ ਅੰਦਰੋਂ ਹਉਮੈ, ਮੈਂ ਵਾਲੀ ਜਿਹੜੀ ਬਿਰਤੀ ਵਾਹਿਗੁਰੂ ਨੇ ਮੁਕਾ ਦਿੱਤੀ। ਤੂੰ ਤੇ ਲਿਆ ਖੜਾ ਕੀਤਾ, ਚਰਨ ਧੂੜ ਬਣਾ ਦਿੱਤਾ। ਉਹਨਾਂ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਵਾਹਿਗੁਰੂ। ਸਦਾ ਪਿਰ ਰਾਮੈ ਆਪਣਾ, ਤੇ ਸਦਾ ਹੀ ਆਪਣੇ ਪਤੀ ਵਾਹਿਗੁਰੂ ਦਾ ਸਾਥ ਮਾਣਦੀਆਂ, ਸੰਗ ਮਾਣਦੀਆਂ ਹਨ। ਤਿੰਨਾਂ ਸੁੱਖੇ ਸੁੱਖ ਵਿਹਾਏ, ਤੇ ਬਾਬਾ ਜੀ ਉਹਨਾਂ ਨੂੰ ਸਦੀਵੀ ਸੁੱਖ, ਫਾਰ ਐਵਰ, ਕਦੇ ਦੁੱਖ ਨਹੀਂ, ਫਾਰ ਐਵਰ। ਹੁਣ ਇੱਥੇ ਅਗਲਾ ਕਹਿੰਦਾ ਯਾਰ ਅੰਮ੍ਰਿਤਧਾਰੀ ਮੈਂ ਗੁਰਸਿੱਖ ਦੇਖੇ ਆ, ਉਹਨਾਂ ਨੂੰ ਕੜੇ ਕਸ਼ਟ ਝੱਲਣੇ ਪੈਂਦੇ ਆ, ਤੇ ਤੁਸੀਂ ਕਹਿੰਦੇ ਦੁੱਖ ਨਹੀਂ ਹੁੰਦਾ। ਇਹ ਵਾਹਿਗੁਰੂ ਜੀ ਗੱਲ ਅਗਲੀ ਆ, ਸਾਰੀ ਗੱਲ ਅਗਲੀ ਚੱਲ ਰਹੀ ਆ। ਦੁੱਖ ਅਗਲੇ ਅੱਗੇ ਪਾਸੇ ਆ, ਸੁੱਖ ਵੀ ਅੱਗੇ ਪਾਸੇ। ਜਿਨ੍ਹਾਂ ਨੇ ਗੁਰੂ 'ਤੇ ਭਰੋਸਾ ਰੱਖਿਆ, ਜਿਨ੍ਹਾਂ ਨੇ ਗੁਰੂ ਤੋਂ ਅੰਮ੍ਰਿਤ ਦੀ ਦਾਤ ਮੰਗ ਕੇ ਲਈ, ਜਿਨ੍ਹਾਂ ਨੂੰ ਗੁਰੂ ਨੇ ਟੁੱਟ ਕੇ ਅੰਮ੍ਰਿਤ ਦੀ ਦਾਤ ਦੇ ਕੇ ਸ਼ਬਦ ਨਾਲ ਜੋੜਿਆ, ਉਹ ਰਤੀਆਂ ਗਈਆਂ, ਉਹ ਸੁਹਾਗ ਭਰੀਆਂ ਹੋਈਆਂ, ਭਾਗਾਂ ਵਾਲੀਆਂ ਹੋਈਆਂ। ਉਹਨਾਂ ਵਿੱਚੋਂ ਗੁਰੂ ਸਾਹਿਬ ਨੇ ਹਉਮੈ ਨੂੰ ਮਾਰ ਦਿੱਤਾ, ਫੇਰ ਖੇਡ ਬਣੀ, ਸ਼ਰਬਤ ਦੀ ਬਰਕਤ ਨਾਲ ਗੱਲ ਬਣੀ। ਸਦਾ ਪਿਰ ਰਾਮੇ ਆਪਣਾ, ਤੇ ਸਦਾ ਆਪਣੇ ਪਤੀ ਵਾਹਿਗੁਰੂ ਦੇ ਨਾਲ ਮਿਲੀਆਂ ਰਹਿੰਦੀਆਂ ਨੇ। ਤਿੰਨਾਂ ਸੁੱਖੇ ਸੁੱਖ ਵਿਹਾਏ, ਤੇ ਸਦਾ ਗੁਰੂ ਦੀ ਗੋਦ ਵਿੱਚ ਹੀ ਬੈਠਦੀਆਂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠਦੀਆਂ, ਸੱਚਖੰਡ ਆਨੰਦ ਮਾਣਦੀਆਂ ਹਨ। ਗਿਆਨ ਵਿਹੂਣੀ ਪਿਰਮਤੀਆਂ, ਗਿਆਨ ਤੋਂ ਵਿਹੂਣੀਆਂ। ਗਿਆਨ ਕੀ ਹੈ ਵਾਹਿਗੁਰੂ, ਵਾਹਿਗੁਰੂ ਦੇ ਬਾਰੇ ਸੋਝੀ ਨਹੀਂ ਆਈ, ਅੰਦਰ ਦੀ ਸੋਝੀ ਨਹੀਂ ਆਈ, ਸਰੀਰ ਇੱਕ ਨਹੀਂ ਦੋ ਆ, ਪਤਾ ਹੀ ਨਹੀਂ ਲੱਗਿਆ। ਗਿਆਨ ਵਿਹੂਣੀ ਪਿਰਮੁੱਤੀਆਂ, ਵਿਛੜੀਆਂ ਹੋਈਆਂ, ਛੁੱਟੜ ਹੋਈਆਂ ਗੁਰੂ ਤੋਂ, ਵਾਹਿਗੁਰੂ ਤੋਂ, ਪਤੀ ਤੋਂ।
ਸਾਂਝ ਪਾਉਣ ਤੋਂ ਬਿਨਾਂ ਹੀ ਡੂੰਘੀ ਸਾਂਝ ਪਾਈ ਨਹੀਂ, ਪਿਰ ਨਾ ਪਾਇਆ ਜਾਏ। ਤੇ ਉਹਨਾਂ ਨੂੰ ਵਾਹਿਗੁਰੂ ਮਿਲਿਆ ਵੀ ਨਹੀਂ, ਉਹਨਾਂ ਨੂੰ ਮਿਲਿਆ ਨਹੀਂ। ਉਹ ਵਿਚਾਰ ਤੋਂ ਸਖਣੀਆਂ ਰਹੀਆਂ, ਉਹਨਾਂ ਨੂੰ ਕੰਤ ਨੇ ਤਿਆਗ ਦਿੱਤਾ, ਉਹ ਉਸ ਦੇ ਪਿਆਰ ਦੀਆਂ ਪਾਤਰ ਨਹੀਂ ਬਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਗੱਲ ਨਾਲ ਨਹੀਂ ਲਾਈਆਂ। ਅਗਿਆਨ ਮਤੀ ਅੰਧੇਰ ਹੈ, ਅੰਧੇਰ ਮੋਹ ਦਾ ਹਨੇਰਾ ਅੰਦਰ, ਅਗਿਆਨਤਾ ਦਾ ਹਨੇਰਾ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨਾ ਜਾਏ। ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਵਾਹਿਗੁਰੂ ਜੀ, ਅਗਿਆਨਤਾ ਦੇ ਵਿੱਚ ਮਤੀ ਹੋਈ, ਮਸਤ ਹੋਈ ਜੀਵ ਇਸਤਰੀ ਮਾਇਆ ਦੇ ਮੋਹ ਦਾ ਹਨੇਰਾ ਵਿਆਪਦਾ ਰਹਿੰਦਾ ਹੈ। ਪਤੀ ਵਾਹਿਗੁਰੂ ਦੇ ਦਰਸ਼ਨ ਤੋਂ ਬਿਨਾਂ ਉਸ ਦੀ ਮਾਇਆ ਦੀ ਭੁੱਖ ਜਾਂਦੀ ਨਹੀਂ, ਦੂਰ ਹੋ ਹੀ ਨਹੀਂ ਸਕਦੀ। ਸੰਤੋਖ ਰਜੇਵਾਂ ਮਿਲਣਾ ਗੁਰੂ ਦੇ ਸ਼ਬਦ ਨਾਲ, ਉੱਦਾਂ ਰਜੇਵਾਂ ਤ੍ਰਿਸ਼ਨਾ ਮੁੱਕਣੀ ਨਹੀਂ। ਆਵੋ ਮਿਲੋ ਸਹੇਲੀਓ, ਮੈਂ ਪਿਰ ਦਿਓ ਮਿਲਾਏ। ਸਤ ਸੰਗਤ, ਜਿਹੜੇ ਨਾਮ ਜਪਣ ਵਾਲੇ ਹਨ, ਉਹਨੂੰ ਜੀਵ ਇਸਤਰੀਆਂ ਜਿਹੜੀਆਂ ਸੰਗਤ ਕਰਦੀਆਂ ਨੇ, ਅੰਮ੍ਰਿਤਧਾਰੀ ਹੋ ਕੇ ਗੁਰੂ ਦਾ ਨਾਮ ਜਪਦੀਆਂ ਨੇ, ਸੰਗਤ ਦੀ ਚਰਨ ਧੂੜ ਲੈਂਦੀਆਂ ਨੇ, ਜਿਹੜੀਆਂ ਵਾਹਿਗੁਰੂ ਨੂੰ ਮਿਲੀਆਂ ਹੋਈਆਂ ਨੇ, ਉਹ ਕਿਰਪਾ ਕਰੋ ਮੇਰੇ ਤੇ। ਹੇ ਸਤ ਸੰਗੀ ਭੈਣੋ, ਮੇਰੇ ਵੀਰੋ, ਜਿਹੜੇ ਗੁਰੂ ਗੁਰੂ ਜਪਦੇ ਹੋ, ਕਿਰਪਾ ਕਰੇ ਮੇਰਾ ਪਿਤਾ ਮੈਨੂੰ ਉਹਨਾਂ ਦੇ ਨਾਲ ਮਿਲਾ ਦੇਵੇ, ਭਾਵ ਮੈਨੂੰ ਨਾਮ ਜਪਣ ਵਾਲੀ ਸੰਗਤ ਬਖਸ਼ ਦੇਵੇ। ਪਿਰ ਦਿਓ ਮਿਲਾਏ। ਤੇ ਉਹ ਸਾਰੇ ਜਣੇ ਜਦੋਂ ਅਰਦਾਸ ਕਰਨ, ਮੇਰੇ ਤੇ ਵੀ ਕਿਰਪਾ ਹੋ ਜਾਵੇ, ਮੈਨੂੰ ਵੀ ਵਾਹਿਗੁਰੂ ਮਿਲ ਪਵੇ, ਮੈਨੂੰ ਵੀ ਮਿਲਾ ਦਿਓ ਵਾਹਿਗੁਰੂ ਦੇ ਨਾਲ, ਮੇਰੀ ਵੀ ਸਿਫਾਰਿਸ਼ ਪਾਓ। ਪੂਰਾ ਭਾਗ ਸਤਿਗੁਰ ਮਿਲੈ, ਜੇ ਭਾਗ ਪੂਰੇ ਹੋਣਗੇ ਤੇ ਮਿਲੇਗਾ ਜ਼ਰੂਰ। ਲਿਖ ਕੇ ਦਿੱਤਾ ਮੇਰੇ ਸਾਹਿਬ ਨੇ, ਕਹਿੰਦੇ ਤੇਰੇ ਭਾਗ ਪੁਰਬਲੇ ਜਾਗ ਪਏ ਕਿਤੇ ਤੇ ਤੈਨੂੰ ਮਿਲਾਂਗਾ ਮੈਂ ਜ਼ਰੂਰ, ਇਹ ਮੇਰਾ ਵਾਅਦਾ। ਫਿਰ ਪਾਇਆ ਸੱਚ ਸਮਾਏ, ਪੂਰੀ ਕਿਸਮਤ ਹੋਵੇ ਨਾ, ਖੇਡ ਤਾਂ ਬਣਦੀ ਵਾਹਿਗੁਰੂ ਜੀ, ਪੂਰੀ ਖੇਡ ਤਾਂ ਬਣਦੀ, ਉੱਦਾਂ ਨਹੀਂ ਬਣਦੀ ਹੈਗੀ, ਤਾਂ ਖੇਡ ਬਣਦੀ ਹੈ। ਫਿਰ ਪਾਇਆ ਸੱਚ ਸਮਾਏ, ਸੇ ਸਈਆਂ ਸੁਹਾਗਣੀ, ਉਹ ਸਖੀਆਂ ਸਹੇਲੀਆਂ ਸੁਹਾਗਾਂ ਭਾਗਾਂ ਵਾਲੀਆਂ ਹੋ ਗਈਆਂ। ਜਿਨ ਕੋ ਨਦਰ ਕਰੇ, ਤੇ ਜਿਨ੍ਹਾਂ ਤੇ ਵਾਹਿਗੁਰੂ ਨੇ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ ਨਾ ਵਾਹਿਗੁਰੂ, ਜਿਨ੍ਹਾਂ ਤੇ, ਉਹਨਾਂ ਦੀ ਖੇਡ ਬਣਦੀ ਵਾਹਿਗੁਰੂ। ਸੇ ਸਈਆਂ, ਉਹ ਸਖੀਆਂ ਸਹੇਲੀਆਂ ਸਤ ਸੰਗੀ ਜੀਵ ਇਸਤਰੀਆਂ ਭਾਗਾਂ ਵਾਲੀਆਂ ਨੇ ਭਾਈ। ਜਿਨ ਕੋ ਨਦਰ ਕਰੇ, ਜਿਨ੍ਹਾਂ ਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰਦਾ। ਖਸਮ ਪਛਾਣ ਆਪਣਾ, ਖਸਮ ਪਛਾਣ ਆਪਣਾ, ਉਹ ਖਸਮ ਨੂੰ ਆਪਣੇ ਨੂੰ ਪਛਾਣ ਲੈਂਦੀਆਂ ਹਨ ਵਾਹਿਗੁਰੂ। ਤਨ ਮਨ ਆਗੈ ਦੇ, ਤੇ ਉਹ ਆਪਣਾ ਤਨ ਮਨ ਸਭ ਕੁਝ ਵਾਹਿਗੁਰੂ ਨੂੰ ਸਮਰਪਿਤ ਕਰ ਦਿੰਦੀਆਂ ਹਨ, ਭੇਟ ਕਰ ਦਿੰਦੀਆਂ ਹਨ। ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ, ਉਹਨਾਂ ਨੇ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕੀਤਾ, ਹਉਮੈ ਦੂਰ ਕਰਕੇ ਵਾਹਿਗੁਰੂ ਪਾ ਲਿਆ, ਲੱਭ ਲਿਆ, ਅੰਦਰੋਂ ਹੀ ਖੇਡ ਸਮਝ ਆ ਗਈ, ਆਪਣੇ ਹਿਰਦੇ ਘਰ ਵਿੱਚ ਹੀ, ਘਰ ਹਿਰਦੇ ਘਰ ਦੇ ਵਿੱਚ ਵਰ ਪਾਇਆ ਵਾਹਿਗੁਰੂ, ਵਰ ਖਸਮ ਪਾ ਲਿਆ, ਹਉਮੈ ਦੂਰ ਕਰੇ। ਮਿਲਿਆ ਕਿਵੇਂ? ਕਹਿੰਦਾ ਆਪਣੇ ਅੰਦਰੋਂ ਹਉਮੈ ਨੂੰ ਦੂਰ ਕੀਤਾ ਨਾ ਪਹਿਲਾਂ। ਨਾਨਕ ਸੁਭਾਵੰਤੀਆਂ ਸੁਹਾਗਣੀ, ਉਹ ਸੋਭਾਵੰਤੀਆਂ ਸੁਹਾਗਣਾ ਹੋ ਗਈਆਂ, ਸੋਭਾ ਵਾਲੀਆਂ ਬਣ ਗਈਆਂ ਭਾਈ। ਉਹ ਹਰ ਵੇਲੇ ਵਾਹਿਗੁਰੂ ਦੀ ਭਗਤੀ ਕਰਦੀਆਂ ਹਨ। ਅਨ ਦਿਨ ਭਗਤ ਕਰੇ, ਹਰ ਰੋਜ਼ ਵਾਹਿਗੁਰੂ 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 ਜਪਦੀਆਂ ਨੇ ਭਾਈ। ਜਿਨ੍ਹਾਂ ਨੇ ਵਾਹਿਗੁਰੂ ਪਾ ਲਿਆ ਉਹ ਜਪਦੀਆਂ ਹੀ ਵਾਹਿਗੁਰੂ ਨੇ, ਹੋਰ ਕੋਈ ਖੇਡ ਹੀ ਨਹੀਂ ਹੈ ਗੁਰੂ ਨੂੰ ਮਿਲਣ ਦੀ, ਸਿਵਾਏ ਨਾਮ ਜਪਣ ਤੋਂ, ਵਾਹਿਗੁਰੂ ਜਪਣ ਤੋਂ, ਅੰਮ੍ਰਿਤਧਾਰੀ ਹੋਣ ਤੋਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, 61 ਸ਼ਬਦ ਪੂਰੇ ਹੋ ਗਏ ਵਾਹਿਗੁਰੂ ਜੀ। ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ, ਨਾਨਕ ਸੋਭਾਵੰਤੀਆਂ ਸੁਹਾਗਣੀ, ਅਨ ਦਿਨ ਭਗਤ ਕਰੇ। 61 ਸ਼ਬਦ ਸ੍ਰੀ ਰਾਗ ਦੇ ਅੰਦਰ ਹੋਏ ਨੇ ਪੂਰੇ। ਤੇ ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਇਹ 28ਵਾਂ ਸ਼ਬਦ ਹੈ। 33 ਸ਼ਬਦ ਗੁਰੂ ਨਾਨਕ ਸਾਹਿਬ ਦੇ ਆਪਾਂ ਪਹਿਲਾਂ ਉਚਾਰੇ, 33 ਤੇ 28 ਜੋੜ ਬਣਿਆ 61
61 ਚਾਰ ਬੰਦਾਂ ਵਾਲਾ ਇਹ ਸ਼ਬਦ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।